ਅੱਜ ਮੇਰੇ ਭਰਾ ਦਾ ਵਿਆਹ ਹੈ। ਮੇਰੀ ਭਾਬੀ ਬਹੁਤ ਹੀ ਸੋਹਣੀ ਹੈ। ਭਾਬੀ ਨੂੰ ਉਸਦੇ ਕਮਰੇ ਤੱਕ ਛੱਡਣ ਲਈ ਮੈਂ ਭਾਬੀ ਦੇ ਨਾਲ ਕਮਰੇ ਤੱਕ ਜਾ ਰਹੀ ਸੀ। ਮੇਰੇ ਨਾਲ ਕੁਝ ਹੋਰ ਕੁੜੀਆਂ ਵੀ ਜਾ ਰਹੀਆਂ ਸੀ। ਕੁਝ ਮੇਰੀਆਂ ਸਹੇਲੀਆਂ ਸੀ, ਕੁਝ ਮੇਰੀ ਕਜ਼ਨ ਸੀ, ਕੁਝ ਆਲੇ ਦੁਆਲੇ ਦੀਆਂ ਕੁੜੀਆਂ ਤੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਸੀ। ਭਾਬੀ ਨੂੰ ਸਜੇ ਸਜਾਏ ਬੈੱਡ ਤੇ ਬਿਠਾ ਦਿੱਤਾ। ਬਹੁਤ ਹੀ ਸੁੰਦਰ ਤਰੀਕੇ ਨਾਲ ਅਸੀਂ ਬੈੱਡ ਸਜਾਇਆ ਸੀ। ਪੂਰੇ ਬੈੱਡ ਤੇ ਫੁੱਲਾਂ ਦੀਆਂ ਪੱਤੀਆਂ ਵਿਖਰੀਆਂ ਹੋਈਆਂ ਸੀ। ਮੈਂ ਮਹਿਸੂਸ ਕੀਤਾ ਕਿ ਜਿਵੇਂ ਭਾਬੀ ਮੈਨੂੰ ਕੁਝ ਕਹਿਣਾ ਚਾਹੁੰਦੀ ਹੈ। ਉਹ ਅੱਖਾਂ ਹੀ ਅੱਖਾਂ ਵਿੱਚ ਮੈਨੂੰ ਇਸ਼ਾਰੇ ਕਰ ਰਹੀ ਸੀ। ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿਉਂਕਿ ਭਾਬੀ ਦੀ ਤੇ ਮੇਰੀ ਪਹਿਲਾਂ ਤੋਂ ਕੋਈ ਜਾਣ ਪਛਾਣ ਨਹੀਂ ਸੀ ਤੇ ਨਾ ਹੀ ਕੋਈ ਦੋਸਤ ਸੀ। ਫਿਰ ਭਲਾ ਭਾਬੀ ਮੈਨੂੰ ਕੀ ਕਹਿਣਾ ਚਾਹੁੰਦੀ ਸੀ? ਭਾਬੀਆਂ ਤਾਂ ਆਪਣੀ ਨਨਾਣ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦੀਆਂ ਤੇ ਮੇਰੀ ਭਾਬੀ ਸੀ ਕਿ ਆਪਣੇ ਵਿਆਹ ਦੀ ਪਹਿਲੀ ਰਾਤ ਵਿੱਚ ਹੀ ਮੈਨੂੰ ਆਪਣਾ ਕੋਈ ਰਾਜ਼ ਦੱਸਣਾ ਚਾਹੁੰਦੀ ਸੀ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ। ਮੈਂ ਸਾਰੀਆਂ ਕੁੜੀਆਂ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਤੇ ਭਾਬੀ ਦੇ ਕੋਲ ਆ ਕੇ ਬੈਠ ਗਈ। ਮੈਂ ਮੁਸਕਰਾਉਂਦੇ ਹੋਏ ਆਪਣੀ ਭਾਬੀ ਨੂੰ ਪੁੱਛਿਆ, ਭਾਬੀ ਕੀ ਗੱਲ, ਤੂੰ ਮੈਨੂੰ ਕੁਝ ਕਹਿਣਾ ਚਾਹੁੰਦੀ ਹੈ? ਮੇਰੀ ਗੱਲ ਸੁਣਦੇ ਹੀ ਮੇਰੀ ਭਾਬੀ ਉੱਚੀ ਉੱਚੀ ਰੋਣ ਲੱਗੀ। ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਹਿ ਨਿਕਲੀ। ਭਾਬੀ ਨੂੰ ਰੋਂਦਾ ਹੋਇਆ ਦੇਖ ਕੇ ਮੈਂ ਬਹੁਤ ਜ਼ਿਆਦਾ ਘਬਰਾ ਗਈ। ਮੈਂ ਕਿਹਾ, ਭਾਬੀ ਤੁਸੀਂ ਕਿਉਂ ਰੋ ਰਹੇ ਹੋ? ਆਖਰ ਗੱਲ ਕੀ ਹੈ? ਭਾਬੀ ਬੋਲੀ, ਮੈਨੂੰ ਇਕੱਲਾ ਛੱਡ ਕੇ ਨਾ ਜਾ। ਇਕੱਲੇ ਇਸ ਕਮਰੇ ਵਿੱਚ ਮੈਂ ਮਰ ਜਾਊਂਗੀ। ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਆਖਰ ਭਾਬੀ ਐਦਾਂ ਕਿਉਂ ਬੋਲ ਰਹੀ ਹੈ। ਮੈਂ ਭਾਬੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਭਾਬੀ ਤੁਸੀਂ ਕਿਉਂ ਰੋ ਰਹੇ ਹੋ? ਤੁਸੀਂ ਡਰੋ ਨਾ, ਐਦਾਂ ਕੁਝ ਵੀ ਨਹੀਂ ਹੋਵੇਗਾ। ਭਰਾ ਤੁਹਾਨੂੰ ਬਹੁਤ ਪਿਆਰ ਨਾਲ ਰੱਖੇਗਾ। ਉਹ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ। ਮੇਰੀ ਗੱਲ ਸੁਣ ਕੇ ਭਾਬੀ ਹੋਰ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਹੁਣ ਤਾਂ ਮੈਨੂੰ ਭਾਬੀ ਦੇ ਇਸ ਰੂਪ ਤੋਂ ਡਰ ਲੱਗਣ ਲੱਗਿਆ। ਫਿਰ ਮੈਂ ਸੋਚਿਆ ਕਿ ਹਰ ਕੁੜੀ ਦੇ ਜੀਵਨ ਵਿੱਚ ਐਦਾਂ ਹੁੰਦਾ ਹੈ। ਭਰਾ ਆ ਜਾਵੇਗਾ ਤਾਂ ਭਾਬੀ ਖੁਦ ਹੀ ਠੀਕ ਹੋ ਜਾਵੇਗੀ। ਮੈਂ ਉੱਠ ਕੇ ਜਾਣ ਲੱਗੀ ਪਰ ਭਾਬੀ ਨੇ ਮੇਰੇ ਪੈਰ ਫੜ ਲਏ। ਰੱਬ ਦੇ ਲਈ ਐਦਾਂ ਨਾ ਕਰ, ਮੈਂ ਮਰ ਜਾਊਂਗੀ। ਮੇਰੇ ਜੀਵਨ ਵਿੱਚ ਕੁਝ ਵੀ ਨਹੀਂ ਬਚੇਗਾ। ਮੈਂ ਬਦਨਾਮ ਹੋ ਜਾਊਂਗੀ। ਭਾਬੀ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਹੈਰਾਨੀ ਨਾਲ ਬੋਲੀ, ਤੁਹਾਨੂੰ ਕਿਉਂ ਬਦਨਾਮ ਕੀਤਾ ਜਾਵੇਗਾ? ਉਹ ਤੁਹਾਡਾ ਪਤੀ ਹੈ ਤੇ ਮੇਰਾ ਭਰਾ ਕੋਈ ਜੰਗਲੀ ਜਾਨਵਰ ਨਹੀਂ ਹੈ ਜੋ ਤੁਹਾਡੇ ਨਾਲ ਬੁਰਾ ਵਰਤਾਵ ਕਰੇਗਾ। ਉਹ ਬਹੁਤ ਪਿਆਰ ਕਰਨ ਵਾਲਾ ਆਦਮੀ ਹੈ। ਉਦੋਂ ਮੈਨੂੰ ਆਪਣੇ ਭਰਾ ਦੇ ਕਮਰੇ ਵਿੱਚ ਕਿਸੇ ਹੋਰ ਦੀ ਮੌਜੂਦਗੀ ਦਾ ਅਹਿਸਾਸ ਹੋਇਆ। ਮੈਂ ਨਜ਼ਰ ਘੁਮਾ ਕੇ ਦੇਖਿਆ ਤਾਂ ਮੇਰੇ ਪਾਪਾ ਖੜੇ ਸੀ। ਪਾਪਾ ਬਹੁਤ ਹੀ ਨਫ਼ਰਤ ਨਾਲ ਭਾਬੀ ਨੂੰ ਦੇਖ ਰਹੇ ਸੀ। ਭਾਬੀ ਪਾਪਾ ਤੋਂ ਨਜ਼ਰ ਚੁਰਾਉਣ ਲੱਗੀ। ਕੁਝ ਪਲ ਦੇ ਲਈ ਭਾਬੀ ਤੇ ਪਾਪਾ ਦੀ ਨਜ਼ਰ ਟਕਰਾਈ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਜਿਵੇਂ ਭਾਬੀ ਦੀ ਅੱਖਾਂ ਵਿੱਚ ਇੱਕ ਸ਼ਿਕਾਇਤ ਸੀ। ਇਦਾਂ ਲੱਗ ਰਿਹਾ ਸੀ ਕਿ ਜਿਵੇਂ ਭਾਬੀ ਪਾਪਾ ਨੂੰ ਪਹਿਲਾਂ ਤੋਂ ਜਾਣਦੀ ਹੈ ਤੇ ਉਹ ਅੱਖਾਂ ਹੀ ਅੱਖਾਂ ਵਿੱਚ ਪਾਪਾ ਨੂੰ ਕੁਝ ਸ਼ਿਕਾਇਤ ਕਰ ਰਹੀ ਹੈ। ਪਰ ਪਾਪਾ ਦੀਆਂ ਅੱਖਾਂ ਵਿੱਚ ਨਫ਼ਰਤ ਸੀ। ਉਹਨਾਂ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਸੀ। ਭਾਬੀ ਵੱਲ ਗੁੱਸੇ ਨਾਲ ਦੇਖਦੇ ਹੋਏ ਪਾਪਾ ਬੋਲੇ ਕਿ ਚੱਲ ਪੁੱਤ, ਅੱਜ ਕੱਲ੍ਹ ਦੀਆਂ ਔਰਤਾਂ ਦਾ ਇਹ ਸਭ ਡਰਾਮਾ ਹੈ। ਇਸ ਨੂੰ ਇਹ ਵੀ ਨਹੀਂ ਪਤਾ ਕਿ ਤੂੰ ਕੁੰਵਾਰੀ ਹੈ ਤੇ ਕੁੰਵਾਰੀ ਕੁੜੀਆਂ ਨਾਲ ਇਹ ਗੱਲ ਨਹੀਂ ਕੀਤੀ ਜਾਂਦੀ। ਪਾਪਾ ਗੁੱਸੇ ਨਾਲ ਬੋਲਦੇ ਹੋਏ ਮੇਰਾ ਹੱਥ ਫੜ ਕੇ ਬਾਹਰ ਜਾਣ ਲੱਗੇ। ਮੈਂ ਪਾਪਾ ਨੂੰ ਸਮਝਾਉਂਦੇ ਹੋਏ ਕਿਹਾ ਕਿ ਪਾਪਾ, ਭਾਬੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ। ਮੈਂ ਭਾਬੀ ਨੂੰ ਸਮਝਾ ਰਹੀ ਸੀ। ਭਾਬੀ ਨੇ ਮੈਨੂੰ ਐਦਾਂ ਕੁਝ ਵੀ ਨਹੀਂ ਕਿਹਾ। ਉਹ ਤਾਂ ਬਸ ਇਹ ਕਹਿ ਰਹੀ ਸੀ ਕਿ ਮੈਂ ਉਹਨਾਂ ਦੇ ਨਾਲ ਕੁਝ ਦੇਰ ਕਮਰੇ ਵਿੱਚ ਹੀ ਰੁਕ ਜਾਵਾਂ। ਪਰ ਪਾਪਾ ਮੇਰਾ ਹੱਥ ਖਿੱਚਦੇ ਹੋਏ ਮੈਨੂੰ ਬਾਹਰ ਲੈ ਕੇ ਆਏ ਤੇ ਕਹਿਣ ਲੱਗੇ, ਤੂੰ ਬਾਹਰ ਚੱਲ, ਤੈਨੂੰ ਮੈਂ ਇੱਕ ਗੱਲ ਦੱਸਦਾ ਹਾਂ। ਕਮਰੇ ਤੋਂ ਬਾਹਰ ਆ ਕੇ ਆਪਣੀ ਜੇਬ ਵਿੱਚ ਹੱਥ ਪਾ ਕੇ 10,000 ਰੁਪਏ ਕੱਢੇ ਤੇ ਮੇਰੇ ਹੱਥ ਵਿੱਚ ਰੱਖਦੇ ਹੋਏ ਬੋਲੇ, ਇਹ ਪੈਸੇ ਰੱਖ ਲੈ। ਪੈਸੇ ਦੇਖ ਕੇ ਮੈਂ ਹੈਰਾਨੀ ਨਾਲ ਬੋਲੀ, ਪਾਪਾ ਤੁਸੀਂ ਇੰਨੇ ਸਾਰੇ ਪੈਸੇ ਮੈਨੂੰ ਕਿਉਂ ਦੇ ਰਹੇ ਹੋ? ਪਾਪਾ ਨੇ 10,000 ਰੁਪਏ ਹੋਰ ਕੱਢੇ। ਇਹ ਲੈ, ਇਹ ਪੂਰੇ 20,000 ਰੁਪਏ ਆਪਣੇ ਕੋਲ ਰੱਖ। ਇੰਨੇ ਸਾਰੇ ਪੈਸੇ ਦੇਖ ਕੇ ਮੈਂ ਖੁਸ਼ੀ ਨਾਲ ਫੁੱਲੀ ਨਹੀਂ ਸਮਾਈ ਤੇ ਝੱਟ ਪੈਸੇ ਹੱਥਾਂ ਵਿੱਚ ਲੈ ਲਏ। ਪਾਪਾ ਫਿਰ ਬੋਲੇ, ਪਰ ਪੁੱਤ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ। ਮੈਂ ਹੈਰਾਨੀ ਨਾਲ ਬੋਲੀ, ਪਾਪਾ ਆਖਰ ਇਦਾਂ ਦੀ ਕੀ ਗੱਲ ਹੈ? ਮੈਂ ਤਾਂ ਤੁਹਾਡੀ ਸਾਰੀ ਗੱਲ ਮੰਨਦੀ ਹਾਂ। ਪਾਪਾ ਬੋਲੇ, ਬਸ ਮੇਰੀ ਇੱਕ ਗੱਲ ਮੰਨਣਾ ਕਿ ਅੱਜ ਤੋਂ ਤੇਰੀ ਭਾਬੀ ਕਿੰਨਾ ਵੀ ਰੋਏ, ਚੀਖੇ ਚਿੱਲਾਏ, ਪਰ ਤੂੰ ਉਸ ਦੇ ਕੋਲ ਨਹੀਂ ਜਾਵੇਗੀ, ਉਸ ਦੀ ਗੱਲ ਤੇ ਧਿਆਨ ਨਹੀਂ ਦੇਵੇਗੀ। ਉਹ ਸ਼ਾਦੀशुदा ਔਰਤ ਹੈ। ਆਪਣੀ ਸਮੱਸਿਆ ਉਹ ਖੁਦ ਸੁਲਝਾ ਲਵੇਗੀ। ਤੈਨੂੰ ਉਸ ਦੀ ਸਮੱਸਿਆ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ ਹੈ। ਚੰਗਾ ਐਵੇਂ ਕਰ, ਹੁਣ ਤੂੰ ਇੱਥੋਂ ਜਾ। ਪਾਪਾ ਦੀ ਗੱਲ ਸੁਣ ਕੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਉੱਥੋਂ ਜਾਣ ਲੱਗੀ। ਮੈਂ ਸੋਚਿਆ
ਪਾਪਾ ਮੇਰੇ ਨਾਲ ਆਉਣਗੇ। ਪਰ ਇਹ ਦੇਖ ਕੇ ਮੈਨੂੰ ਹੈਰਾਨੀ ਹੋਈ ਕਿ ਪਾਪਾ ਤਾਂ ਉੱਥੇ ਖੜੇ ਸੀ। ਜਾਂਦੇ ਜਾਂਦੇ ਮੈਂ ਮੁੜ ਕੇ ਦੇਖਿਆ ਤਾਂ ਪਾਪਾ ਭਾਬੀ ਦੇ ਕਮਰੇ ਵੱਲ ਜਾ ਰਹੇ ਸੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਮੈਨੂੰ ਭਾਬੀ ਦੇ ਕਮਰੇ ਤੋਂ ਕੱਢ ਕੇ ਖੁਦ ਭਾਬੀ ਦੇ ਕਮਰੇ ਵਿੱਚ ਜਾ ਰਹੇ ਹਨ। ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਇਸ ਗੁੱਸੇ ਵਿੱਚ ਮੈਂ ਮੰਮੀ ਦੇ ਕਮਰੇ ਵਿੱਚ ਆ ਗਈ। ਮੈਨੂੰ ਗੁੱਸੇ ਵਿੱਚ ਦੇਖ ਕੇ ਮੰਮੀ ਨੇ ਪੁੱਛਿਆ, ਕੀ ਗੱਲ ਹੈ ਮੈਨੂੰ, ਤੂੰ ਇੰਨੇ ਗੁੱਸੇ ਵਿੱਚ ਕਿਉਂ ਹੈ? ਮੰਮੀ ਦੇ ਇੰਨਾ ਪੁੱਛਦੇ ਹੀ ਮੈਂ ਸਾਰੀ ਗੱਲ ਮੰਮੀ ਨੂੰ ਦੱਸ ਦਿੱਤੀ ਕਿ ਪਾਪਾ ਨੇ ਮੈਨੂੰ ਤਾਂ ਭਾਬੀ ਦੇ ਕਮਰੇ ਤੋਂ ਕੱਢ ਦਿੱਤਾ ਤੇ ਖੁਦ ਹੀ ਭਾਬੀ ਦੇ ਕਮਰੇ ਵਿੱਚ ਚਲੇ ਗਏ। ਆਖਰ ਭਲਾ ਇਹ ਕੀ ਗੱਲ ਹੋਈ? ਮੇਰੀ ਗੱਲ ਸੁਣ ਕੇ ਮੰਮੀ ਦੇ ਚਿਹਰੇ ਤੇ ਇੱਕ ਰੰਗ ਆਇਆ ਤੇ ਇੱਕ ਰੰਗ ਚਲਾ ਗਿਆ ਤੇ ਫਿਰ ਖੁਦ ਨੂੰ ਥੋੜਾ ਸੰਭਾਲ ਕੇ ਬੋਲੀ, ਕੋਈ ਗੱਲ ਨਹੀਂ ਮੀਨੂ ਪੁੱਤ, ਉਹ ਸਹੁਰਾ ਹੈ। ਜੇ ਉਹ ਆਪਣੀ ਨੂੰਹ ਦੇ ਕਮਰੇ ਵਿੱਚ ਗਏ ਤਾਂ ਕੀ ਹੋਇਆ, ਤੂੰ ਇੰਨਾ ਨਾ ਸੋਚ। ਮੈਂ ਮਹਿਸੂਸ ਕੀਤਾ ਜਿਵੇਂ ਮੰਮੀ ਪਰੇਸ਼ਾਨ ਤਾਂ ਹੈ ਪਰ ਆਪਣੀ ਪਰੇਸ਼ਾਨੀ ਨੂੰ ਲੁਕਾ ਰਹੀ ਹੈ। ਫਿਰ ਮੰਮੀ ਮੈਨੂੰ ਬੋਲੀ, ਮੀਨੂ ਤੂੰ ਐਦਾਂ ਕਰ, ਹੁਣ ਤੂੰ ਆਪਣੇ ਕਮਰੇ ਵਿੱਚ ਜਾ ਤੇ ਜਾ ਕੇ ਸੋ ਜਾ, ਬਹੁਤ ਰਾਤ ਹੋ ਚੁੱਕੀ ਹੈ। ਮੰਮੀ ਦੀ ਗੱਲ ਤੋਂ ਮੈਂ ਸੰਤੁਸ਼ਟ ਨਹੀਂ ਹੋਈ ਸੀ। ਜੋ ਗੱਲ ਮੇਰੇ ਦਿਲ ਵਿੱਚ ਬੈਠ ਗਈ ਸੀ ਉਹ ਨਿਕਲ ਨਹੀਂ ਸਕੀ। ਆਖਰ ਪਾਪਾ ਮੈਨੂੰ ਭਾਬੀ ਦੇ ਕਮਰੇ ਵਿੱਚੋਂ ਕੱਢ ਕੇ ਖੁਦ ਭਾਬੀ ਦੇ ਕਮਰੇ ਵਿੱਚ ਕਿਉਂ ਗਏ? ਇੰਨਾ ਸੋਚਾਂ ਵਿਚਾਰਾਂ ਵਿੱਚ ਉਲਝੀ ਹੋਈ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਨੀਂਦ ਮੇਰੀ ਅੱਖਾਂ ਵਿੱਚ ਨਹੀਂ ਆ ਰਹੀ ਸੀ। ਭਾਬੀ ਦਾ ਰੋਂਦਾ ਹੋਇਆ ਚਿਹਰਾ ਬਾਰ-ਬਾਰ ਮੇਰੀਆਂ ਅੱਖਾਂ ਸਾਹਮਣੇ ਆ ਰਿਹਾ ਸੀ। ਆਖਰ ਭਾਬੀ ਇੰਨਾ ਪਰੇਸ਼ਾਨ ਕਿਉਂ ਸੀ? ਉਹ ਇੰਨਾ ਕਿਉਂ ਡਰ ਰਹੀ ਸੀ? ਮੈਨੂੰ ਪਿਆਸ ਲੱਗੀ ਤਾਂ ਪਾਣੀ ਪੀਣ ਦੇ ਇਰਾਦੇ ਤੋਂ ਬਾਹਰ ਰਸੋਈ ਵਿੱਚ ਆਈ। ਬਾਹਰ ਹਾਲ ਵਿੱਚ ਦੇਖਿਆ ਤਾਂ ਭਰਾ ਸੋਫੇ ਤੇ ਬੈਠਾ ਹੋਇਆ ਸੀ, ਕੁਝ ਪਰੇਸ਼ਾਨ ਦਿਖ ਰਿਹਾ ਸੀ ਤੇ ਸਿਗਰਟ ਪੀ ਰਿਹਾ ਸੀ। ਥੋੜਾ ਨੇੜੇ ਜਾਣ ਤੇ ਮੈਂ ਦੇਖਿਆ ਕਿ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਸੀ। ਮੇਰੇ ਦਿਲ ਨੂੰ ਧੱਕਾ ਲੱਗਾ। ਭਰਾ ਨੂੰ ਤਾਂ ਇਸ ਸਮੇਂ ਭਾਬੀ ਦੇ ਕੋਲ ਹੋਣਾ ਚਾਹੀਦਾ ਸੀ ਤੇ ਭਰਾ ਬਾਹਰ ਹਾਲ ਵਿੱਚ ਬੈਠਾ ਸੀ। ਇਸ ਦਾ ਮਤਲਬ ਭਰਾ ਭਾਬੀ ਤੋਂ ਖੁਸ਼ ਨਹੀਂ ਹੈ। ਮੈਨੂੰ ਭਰਾ ਦੇ ਨਾਲ ਬਹੁਤ ਹਮਦਰਦੀ ਹੋਈ। ਮੈਂ ਭਰਾ ਦੇ ਕੋਲ ਗਈ ਤੇ ਭਰਾ ਨੂੰ ਪੁੱਛਿਆ, ਭਾਈ ਤੂੰ ਇਸ ਸਮੇਂ ਬਾਹਰ ਕੀ ਕਰ ਰਿਹਾ ਹੈ? ਤੈਨੂੰ ਤਾਂ ਭਾਬੀ ਦੇ ਕੋਲ ਹੋਣਾ ਚਾਹੀਦਾ ਸੀ। ਮੇਰੀ ਗੱਲ ਸੁਣ ਕੇ ਭਰਾ ਨੇ ਮੈਨੂੰ ਗੁੱਸੇ ਨਾਲ ਦੇਖਿਆ ਤੇ ਬੋਲਿਆ, ਤੂੰ ਵੀ ਆਈ ਪਾਪਾ ਦੀ ਚਮਚੀ ਬਣ ਕੇ? ਜਾ ਇੱਥੋਂ, ਮੈਨੂੰ ਮੇਰੇ ਹਾਲ ਤੇ ਛੱਡ ਦੇ। ਪਰ ਭਾਈ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ? ਮੈਨੂੰ ਪਾਪਾ ਨੇ ਨਹੀਂ ਭੇਜਿਆ, ਮੈਂ ਤਾਂ ਤੁਹਾਨੂੰ ਪਰੇਸ਼ਾਨ ਦੇਖਿਆ ਇਸ ਲਈ ਚਲੀ ਆਈ। ਭਾਈ ਗੁੱਸੇ ਨਾਲ ਬੋਲਿਆ, ਚਲੀ ਜਾ ਇੱਥੋਂ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਉੱਥੋਂ ਜਾਣ ਵਾਲੀ ਸੀ ਕਿ ਉਦੋਂ ਭਰਾ ਬੋਲਿਆ, ਚੰਗਾ ਸੁਣ, ਰਸੋਈ ਵਿੱਚੋਂ ਮਾਚਿਸ ਲਿਆ ਦੇ। ਮੈਨੂੰ ਲੱਗਿਆ ਸ਼ਾਇਦ ਭਾਈ ਨੇ ਸਿਗਰਟ ਜਲਾਣੀ ਹੋਵੇਗੀ, ਇਸ ਲਈ ਮਾਚਿਸ ਮੰਗਵਾ ਰਹੇ ਹਨ। ਮੈਂ ਰਸੋਈ ਵਿੱਚੋਂ ਮਾਚਿਸ ਲਿਆ ਕੇ ਭਰਾ ਨੂੰ ਦੇ ਦਿੱਤੀ। ਪਰ ਇਹ ਕੀ? ਭਰਾ ਦੀ ਹਰਕਤ ਤੋਂ ਮੈਂ ਹੈਰਾਨ ਰਹਿ ਗਈ। ਭਰਾ ਨੇ ਮਾਚਿਸ ਜਲਾਈ ਤੇ ਪਾਪਾ ਦੇ ਦਿੱਤੇ ਤੋਹਫੇ ਨੂੰ ਜਲਾਉਣ ਲੱਗਿਆ। ਪਾਪਾ ਨੇ ਭਰਾ ਨੂੰ ਇੱਕ ਬਹੁਤ ਹੀ ਪਿਆਰੀ ਜੀ ਸ਼ੇਰਵਾਨੀ ਗਿਫਟ ਕੀਤੀ ਸੀ ਵਿਆਹ ਵਿੱਚ ਪਹਿਨਣ ਲਈ, ਤੇ ਭਰਾ ਉਹੀ ਸ਼ੇਰਵਾਨੀ ਜਲਾ ਰਿਹਾ ਸੀ। ਮੈਂ ਇੱਕਦਮ ਹੱਕੀ ਬੱਕੀ ਰਹਿ ਗਈ। ਜਲਦੀ ਨਾਲ ਅੱਗੇ ਆਈ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੀ। ਅੱਗ ਨੂੰ ਬੁਝਾਉਂਦੇ ਬੁਝਾਉਂਦੇ ਮੈਂ ਬੋਲੀ, ਭਾਈ ਤੂੰ ਇਹ ਕੀ ਕਰ ਰਿਹਾ ਹੈ? ਪਾਪਾ ਨੇ ਇੰਨੇ ਪਿਆਰ ਨਾਲ ਤੈਨੂੰ ਗਿਫਟ ਕੀਤਾ ਹੈ ਤੇ ਤੂੰ ਇਸ ਨੂੰ ਜਲਾ ਰਿਹਾ ਹੈ। ਤੇ ਭਾਈ ਅਚਾਨਕ ਗੁੱਸੇ ਨਾਲ ਬੋਲਿਆ, ਮੈਨੂੰ ਚਲੀ ਜਾ ਇੱਥੋਂ, ਮੈਨੂੰ ਕੋਈ ਵੀ ਸਵਾਲ ਜਵਾਬ ਕਰਨ ਦੀ ਜ਼ਰੂਰਤ ਨਹੀਂ ਹੈ, ਤੂੰ ਹੁਣੇ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਚਲੀ ਜਾ। ਭਰਾ ਦਾ ਗੁੱਸਾ ਦੇਖ ਕੇ ਮੈਂ ਕੰਬਣ ਲੱਗੀ ਤੇ ਰੋਂਦੇ ਹੋਏ ਆਪਣੇ ਕਮਰੇ ਵਿੱਚ ਆ ਗਈ। ਪੂਰੀ ਰਾਤ ਮੈਨੂੰ ਨੀਂਦ ਨਹੀਂ ਆਈ। ਕਿਤੇ 6 ਵਜੇ ਜਾ ਕੇ ਮੇਰੀ ਅੱਖ ਲੱਗੀ, ਪਰ ਸਵੇਰੇ 7 ਵਜੇ ਮੇਰੀ ਅੱਖ ਫਿਰ ਤੋਂ ਖੁੱਲ੍ਹ ਗਈ। ਬਾਹਰ ਆਈ ਤਾਂ ਦੇਖਿਆ ਪਾਪਾ ਬਹੁਤ ਹੀ ਆਰਾਮ ਨਾਲ ਸੋਫੇ ਤੇ ਬੈਠੇ ਹੋਏ ਸੀ। ਮੈਨੂੰ ਦੇਖਦੇ ਹੀ ਬੋਲੇ, ਮੈਂ ਤਾਂ ਆਪਣੀ ਨੂੰਹ ਲਈ ਨਾਸ਼ਤਾ ਬਣਾਉਣ ਲਈ ਜਾ ਰਿਹਾ ਹਾਂ। ਅਸਲੀ ਧੀਆਂ ਤਾਂ ਨੂੰਹਾਂ ਹੁੰਦੀਆਂ ਨੇ, ਧੀਆਂ ਤਾਂ ਪਰਾਇਆ ਧਨ ਹੁੰਦੀਆਂ ਹਨ। ਪਾਪਾ ਦੇ ਪਿੱਛੇ ਪਿੱਛੇ ਮੈਂ ਰਸੋਈ ਵਿੱਚ ਆਈ ਤਾਂ ਦੇਖਿਆ ਪਾਪਾ ਸੱਚਮੁੱਚ ਭਾਬੀ ਲਈ ਨਾਸ਼ਤਾ ਬਣਾ ਰਹੇ ਸੀ। ਮੈਨੂੰ ਦੇਖ ਕੇ ਹੈਰਾਨੀ ਹੋਈ ਕਿ ਪਾਪਾ ਨੂੰ ਭਾਬੀ ਦੀ ਇੰਨੀ ਫਿਕਰ ਕਿਉਂ ਹੈ। ਮੈਂ ਪਾਪਾ ਨੂੰ ਬੋਲੀ, ਪਾਪਾ ਤੁਸੀਂ ਭਾਬੀ ਲਈ ਨਾਸ਼ਤਾ ਕਿਉਂ ਬਣਾ ਰਹੇ ਹੋ ਤੇ ਤੁਹਾਨੂੰ ਭਾਬੀ ਦੀ ਇੰਨੀ ਫਿਕਰ ਕਿਉਂ ਹੈ? ਮੇਰੀ ਗੱਲ ਸੁਣ ਕੇ ਪਾਪਾ ਬੋਲੇ, ਉਹ ਮੇਰੇ ਮੁੰਡੇ ਦੀ ਪਤਨੀ ਹੈ। ਜੇ ਮੈਨੂੰ ਉਸ ਦੀ ਫਿਕਰ ਨਹੀਂ ਹੋਵੇਗੀ ਤਾਂ ਕਿਸ ਦੀ ਹੋਵੇਗੀ? ਤੇਰੀ ਮਾਂ ਤਾਂ ਵੈਸੇ ਹੀ ਜ਼ਹਿਰ ਉਗਲਦੀ ਰਹਿੰਦੀ ਹੈ, ਕੀ ਭਰੋਸਾ ਨਵੀਂ ਨੂੰ ਨਾਸ਼ਤਾ ਬਣਾ ਕੇ ਦੇਵੇ ਜਾਂ ਨਾ ਦੇਵੇ। ਇੰਨੇ ਵਿੱਚ ਮੰਮੀ ਵੀ ਆ ਗਈ। ਉਹ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਸੀ। ਮੈਨੂੰ ਹੈਰਾਨ ਪਰੇਸ਼ਾਨ ਖੜਾ ਦੇਖ ਕੇ ਤੇ ਪਾਪਾ ਨੂੰ ਨਾਸ਼ਤਾ ਬਣਾਉਂਦਾ ਦੇਖ ਕੇ ਮੈਨੂੰ ਸਮਝਾਉਂਦੇ ਹੋਏ ਤੇ ਟਾਲਦੇ ਹੋਏ ਬੋਲੀ, ਐਦਾਂ ਕਰ ਮੈਨੂੰ ਪੁੱਤ, ਤੂੰ ਬਾਹਰ ਜਾ ਕੇ ਇੰਤਜ਼ਾਰ ਕਰ, ਮੈਂ ਤੇਰੇ ਲਈ ਨਾਸ਼ਤਾ ਬਣਾ ਕੇ ਲਿਆਉਂਦੀ ਹਾਂ। ਘਰ ਵਿੱਚ ਸਭ ਕੁਝ
ਬਹੁਤ ਹੀ ਅਜੀਬ ਹੋ ਰਿਹਾ ਸੀ। ਮੈਨੂੰ ਕੋਈ ਕੁਝ ਵੀ ਨਹੀਂ ਦੱਸ ਰਿਹਾ ਸੀ। ਮੇਰੇ ਸਿਰ ਵਿੱਚ ਹਲਕਾ ਹਲਕਾ ਦਰਦ ਵੀ ਹੋਣ ਲੱਗਿਆ ਸੀ। ਮੈਂ ਆਪਣੇ ਦਿਮਾਗ ਵਿੱਚੋਂ ਸਾਰੀਆਂ ਗੱਲਾਂ ਨੂੰ ਕੱਢਦੇ ਹੋਏ ਆਪਣੇ ਸਿਰ ਨੂੰ ਝਟਕਿਆ ਤੇ ਆਪਣੇ ਕਮਰੇ ਵੱਲ ਜਾਣ ਲੱਗੀ ਕਿ ਉਦੋਂ ਆਪਣੇ ਕਮਰੇ ਵਿੱਚੋਂ ਭਾਈ ਤੇ ਭਾਬੀ ਨਿਕਲਦੇ ਹੋਏ ਦਿਖਾਈ ਦਿੱਤੇ। ਭਾਬੀ ਨੇ ਸਫੇਦ ਰੰਗ ਦੇ ਕੱਪੜੇ ਪਹਿਨ ਰੱਖੇ ਸੀ, ਕੋਈ ਸ਼ਿੰਗਾਰ ਨਹੀਂ ਕੀਤਾ ਸੀ। ਭਰਾ ਦਾ ਚਿਹਰਾ ਵੀ ਉਤਰਿਆ ਹੋਇਆ ਸੀ। ਭਾਬੀ ਨੂੰ ਦੇਖ ਕੇ ਮੈਨੂੰ ਧੱਕਾ ਲੱਗਿਆ। ਨਵੀਂ ਨਵੇਲੀ ਦੁਲਹਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। ਭਰਾ ਤੇ ਭਾਬੀ ਜਾ ਕੇ ਨਾਸ਼ਤੇ ਦੀ ਟੇਬਲ ਤੇ ਬੈਠ ਗਏ। ਮੈਂ ਕਮਰੇ ਵਿੱਚ ਜਾਣ ਦੀ ਬਜਾਏ ਨਾਸ਼ਤੇ ਦੀ ਟੇਬਲ ਤੇ ਆ ਕੇ ਭਾਬੀ ਦੇ ਬਰਾਬਰ ਬੈਠ ਗਈ। ਅਜੇ ਮੈਂ ਪੂਰੀ ਤਰ੍ਹਾਂ ਬੈਠ ਵੀ ਨਹੀਂ ਪਾਈ ਸੀ ਕਿ ਉਦੋਂ ਪਾਪਾ ਗੁੱਸੇ ਵਿੱਚ ਬੋਲੇ, ਮੀਨੂ, ਮੈਂ ਰਾਤ ਤੈਨੂੰ ਕੀ ਸਮਝਾਇਆ ਸੀ ਕਿ ਤੂੰ ਇਸ ਮਾਮਲੇ ਤੋਂ ਦੂਰ ਰਹਿਣਾ। ਮੈਂ ਤੈਨੂੰ ਕਿਹਾ ਸੀ ਕਿ ਆਪਣੀ ਭਾਬੀ ਤੋਂ ਦੂਰ ਰਹਿਣਾ, ਉਹਨਾਂ ਕੋਲ ਭਟਕਣ ਦੀ ਕੋਈ ਜ਼ਰੂਰਤ ਨਹੀਂ ਹੈ। ਤੈਨੂੰ ਮੇਰੀ ਗੱਲ ਦਾ ਅਸਰ ਨਹੀਂ ਹੁੰਦਾ। ਸ਼ਰੀਫ ਕੁੜੀਆਂ ਇਦਾਂ ਦੀ ਨਹੀਂ ਹੁੰਦੀਆਂ ਕਿ ਉਹਨਾਂ ਦੇ ਮਾਤਾ ਪਿਤਾ ਜੋ ਗੱਲ ਕਹਿਣ ਉਸ ਨੂੰ ਨਾ ਮੰਨਣ। ਆਪਣੇ ਬਾਪ ਦੀ ਗੱਲ ਮੰਨਣਾ ਤੇਰਾ ਫਰਜ਼ ਹੈ। ਪਾਪਾ ਦੀ ਗੱਲ ਸੁਣ ਕੇ ਭਰਾ ਨੇ ਬਹੁਤ ਹੀ ਗੁੱਸੇ ਨਾਲ ਪਾਪਾ ਵੱਲ ਦੇਖਿਆ ਤੇ ਬੋਲਿਆ, ਪਾਪਾ, ਅਸੀਂ ਲੋਕ ਇੰਨੇ ਸ਼ਰੀਫ ਵੀ ਨਹੀਂ ਹਾਂ। ਪਾਪਾ ਨੇ ਭਰਾ ਦੀ ਗੱਲ ਤਾਂ ਸੁਣੀ ਪਰ ਉਸ ਨੂੰ ਅਣਦੇਖਿਆ ਕਰ ਦਿੱਤਾ। ਮੈਂ ਉੱਠੀ ਨਹੀਂ ਬੈਠੀ ਰਹੀ ਤੇ ਨਾਸ਼ਤਾ ਕਰਦੀ ਰਹੀ। ਅਜੇ ਨਾਸ਼ਤਾ ਕਰਦੇ ਹੋਏ 10 ਮਿੰਟ ਹੀ ਹੋਏ ਹੋਣਗੇ ਕਿ ਉਦੋਂ ਬਾਹਰ ਦਰਵਾਜ਼ੇ ਤੇ ਕਿਸੇ ਨੇ ਦਸਤਕ ਦਿੱਤੀ। ਬਾਹਰ ਦਰਵਾਜ਼ੇ ਤੇ ਦਸਤਕ ਹੋਈ ਕਿ ਭਾਬੀ ਦੇ ਚਿਹਰੇ ਦੀ ਹਵਾਈਆਂ ਉੱਡਣ ਲੱਗੀਆਂ। ਉਹਨਾਂ ਦਾ ਚਿਹਰਾ ਇੱਕਦਮ ਸਫੇਦ ਪੈ ਗਿਆ। ਦਰਵਾਜ਼ਾ ਖੋਲ੍ਹਣ ਲਈ ਭਰਾ ਤੇ ਪਾਪਾ ਗਏ। ਪਿੱਛੇ ਪਿੱਛੇ ਭਾਬੀ ਵੀ ਚਲੀ ਗਈ। ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਜਾਣ ਹੀ ਵਾਲੀ ਸੀ ਕਿ ਮੰਮੀ ਨੇ ਮੈਨੂੰ ਰੋਕ ਲਿਆ ਤੇ ਬੋਲੀ, ਤੈਨੂੰ ਤੇਰੇ ਪਾਪਾ ਨੇ ਕੀ ਕਿਹਾ ਸੀ? ਜ਼ਬਰਦਸਤੀ ਵੱਡਿਆਂ ਵਿਚਾਲੇ ਦਖਲ ਅੰਦਾਜ਼ੀ ਕਰਨ ਦੀ ਕੋਈ ਜ਼ਰੂਰਤ ਨਹੀਂ। ਇੱਥੇ ਬੈਠੀ ਰਹਿ, ਨਾਸ਼ਤਾ ਕਰ ਤੇ ਆਪਣੇ ਕਮਰੇ ਵਿੱਚ ਜਾ। ਪਾਪਾ ਭਰਾ ਤੇ ਭਾਬੀ ਨੂੰ ਬਾਹਰ ਗਏ ਹੋਏ 15 ਮਿੰਟ ਹੋ ਚੁੱਕੇ ਸੀ ਪਰ ਉਹ ਹੁਣ ਤੱਕ ਅੰਦਰ ਨਹੀਂ ਆਏ ਸੀ। ਪਤਾ ਨਹੀਂ ਇੰਨੀ ਦੇਰ ਤੱਕ ਕੀ ਗੱਲਾਂ ਹੋ ਰਹੀਆਂ ਸੀ। ਪਤਾ ਨਹੀਂ ਆਉਣ ਵਾਲਾ ਇਨਸਾਨ ਕੌਣ ਸੀ। ਮੰਮੀ ਚੁੱਪਚਾਪ ਬੈਠੀ ਨਾਸ਼ਤਾ ਕਰ ਰਹੀ ਸੀ, ਜਿਵੇਂ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਹੁਣੇ ਥੋੜੀ ਦੇਰ ਹੋਈ ਸੀ ਕਿ ਉਦੋਂ ਮੈਨੂੰ ਭਾਬੀ ਦੀ ਜ਼ੋਰਦਾਰ ਚੀਕ ਸੁਣਾਈ ਦਿੱਤੀ। ਮੈਂ ਇੱਕਦਮ ਨਾਲ ਉੱਠ ਕੇ ਬਾਹਰ ਵੱਲ ਭੱਜੀ। ਉਦੋਂ ਮੰਮੀ ਨੇ ਮੇਰਾ ਹੱਥ ਫੜ ਲਿਆ ਤੇ ਬੋਲੀ, ਮੀਨੂ, ਤੈਨੂੰ ਇੱਕ ਵਾਰ ਵਿੱਚ ਸਮਝ ਨਹੀਂ ਆਉਂਦਾ, ਤੂੰ ਇਸ ਮਾਮਲੇ ਤੋਂ ਦੂਰ ਰਹਿਣਾ ਹੈ। ਮੈਂ ਉਦਾਸ ਹੋ ਗਈ ਤੇ ਬੋਲੀ, ਮੰਮੀ, ਪਤਾ ਨਹੀਂ ਭਾਬੀ ਨੂੰ ਕੀ ਹੋ ਗਿਆ, ਉਹ ਕਿਉਂ ਚੀਕ ਰਹੀ ਹੈ। ਸਾਨੂੰ ਬਾਹਰ ਚੱਲ ਕੇ ਦੇਖਣਾ ਚਾਹੀਦਾ ਹੈ। ਮੰਮੀ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਰਹੀ ਸੀ, ਬਸ ਚੁੱਪਚਾਪ ਹੰਝੂ ਵਹਾਏ ਜਾ ਰਹੀ ਸੀ। ਮੇਰੇ ਗੁੱਸਾ ਕਰਨ ਤੇ ਬਸ ਇੰਨਾ ਬੋਲੀ, ਮੀਨੂ, ਮੈਂ ਕੁਝ ਨਹੀਂ ਕਰ ਸਕਦੀ। ਮੈਂ ਆਪਣੇ ਘਰ ਨੂੰ ਬਚਾਉਣਾ ਹੈ, ਉਸ ਨੂੰ ਤੋੜਨਾ ਨਹੀਂ ਹੈ। ਮੈਂ ਮਜਬੂਰ ਹਾਂ ਮੀਨੂ, ਮੈਂ ਕੁਝ ਨਹੀਂ ਕਰ ਸਕਦੀ। ਪਾਪਾ ਤੇ ਭਰਾ ਨੇ ਬਾਹਰ ਤੋਂ ਦਰਵਾਜ਼ਾ ਲਗਾ ਦਿੱਤਾ ਸੀ। ਮੈਂ ਦਰਵਾਜ਼ੇ ਨੂੰ ਜ਼ੋਰ-ਜ਼ੋਰ ਨਾਲ ਤੋੜ ਰਹੀ ਸੀ ਪਰ ਕੋਈ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ। ਭਾਬੀ ਦੀ ਚੀਕ ਹੁਣ ਹੋਰ ਜ਼ੋਰ ਨਾਲ ਆਉਣ ਲੱਗੀ ਸੀ। ਉਹ ਬਾਰ-ਬਾਰ ਜ਼ੋਰ-ਜ਼ੋਰ ਨਾਲ ਚੀਕ ਰਹੀ ਸੀ। ਲਗਭਗ 2-3 ਘੰਟੇ ਬਾਅਦ ਪਾਪਾ ਨੇ ਦਰਵਾਜ਼ਾ ਖੋਲ੍ਹਿਆ। ਉਹ ਤਿੰਨੇ ਅੰਦਰ ਆਏ। ਭਾਬੀ ਵੀ ਆਪਣੇ ਕਮਰੇ ਵੱਲ ਚਲੀ ਗਈ। ਮੈਂ ਭਾਬੀ ਨਾਲ ਉਹਨਾਂ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਪਾਪਾ ਗੁੱਸੇ ਵਿੱਚ ਬੋਲੇ, ਇਸ ਬੇਗੈਰਤ ਔਰਤ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ। ਇਸ ਤੋਂ ਬਾਅਦ ਮੈਂ ਵੀ ਜਰਾ ਗੁੱਸੇ ਨਾਲ ਬੋਲੀ, ਪਾਪਾ, ਤੁਸੀਂ ਐਵੇਂ ਕਿਉਂ ਕਹਿ ਰਹੇ ਹੋ? ਤੁਸੀਂ ਭਾਬੀ ਨੂੰ ਬੇਗੈਰਤ ਕਿਉਂ ਕਹਿ ਰਹੇ ਹੋ? ਪਾਪਾ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਗੁੱਸੇ ਨਾਲ ਬੋਲੀ, ਇਸ ਘਰ ਵਿੱਚ ਸਕੂਨ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ, ਕੋਈ ਕਿਸੇ ਨੂੰ ਕੁਝ ਆਉਂਦਾ ਹੀ ਨਹੀਂ ਹੈ। ਇਹ ਕਹਿੰਦੇ ਹੋਏ ਮੈਂ ਆਪਣੇ ਕਮਰੇ ਵਿੱਚ ਆ ਗਈ ਪਰ ਮੈਨੂੰ ਭਰਾ ਤੇ ਭਾਬੀ ਦੀ ਟੈਨਸ਼ਨ ਹੋ ਰਹੀ ਸੀ ਤੇ ਸਭ ਤੋਂ ਜ਼ਿਆਦਾ ਭਾਬੀ ਦੀ ਟੈਨਸ਼ਨ ਹੋ ਰਹੀ ਸੀ। ਜਦੋਂ ਘਰ ਵਿੱਚ ਸਾਰੇ ਲੋਕ ਇੱਧਰ ਉੱਧਰ ਹੋ ਗਏ ਤਾਂ ਮੈਂ ਚੋਰੀ-ਚੋਰੀ ਦੱਬੇ ਪੈਰ ਭਾਬੀ ਦੇ ਕਮਰੇ ਵੱਲ ਆਈ। ਮੈਂ ਭਾਬੀ ਨੂੰ ਮਿਲ ਕੇ ਪੁੱਛਣਾ ਚਾਹੁੰਦੀ ਸੀ ਕਿ ਆਖਰ ਭਾਬੀ ਇੰਨਾ ਚੀਕ ਕਿਉਂ ਰਹੀ ਸੀ। ਸਵੇਰੇ ਸਾਡੇ ਘਰ ਵਿੱਚ ਕੌਣ ਆਇਆ ਸੀ? ਪਰ ਜਦੋਂ ਮੈਂ ਭਾਬੀ ਦੇ ਦਰਵਾਜ਼ੇ ਨੂੰ ਧੱਕਾ ਦਿੱਤਾ ਤਾਂ ਉਹ ਅੰਦਰ ਤੋਂ ਬੰਦ ਸੀ। ਮੈਂ ਕਈ ਵਾਰ ਚੋਰੀ-ਚੋਰੀ ਭਾਬੀ ਨੂੰ ਆਵਾਜ਼ ਲਗਾਈ ਪਰ ਭਾਬੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਮੈਂ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਤੋਂ ਭਾਬੀ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਭਾਬੀ ਨੂੰ ਦੁਬਾਰਾ ਆਵਾਜ਼ ਲਗਾਉਣ ਹੀ ਵਾਲੀ ਸੀ ਕਿ ਸਾਡੇ ਬਾਹਰਲੇ ਦਰਵਾਜ਼ੇ ਤੇ ਕਿਸੇ ਨੇ ਦਸਤਕ ਦਿੱਤੀ। ਮੈਂ ਬਾਹਰ ਦਾ ਦਰਵਾਜ਼ਾ ਖੋਲ੍ਹਣ ਗਈ ਤਾਂ ਦੇਖਿਆ ਸਾਡੇ ਮੁਹੱਲੇ ਦੀ ਇੱਕ ਔਰਤ ਖੜੀ ਸੀ। ਉਸਦੇ ਚਿਹਰੇ ਤੇ ਬਹੁਤ ਹੀ ਸ਼ਰਮੀਲੀ ਮੁਸਕਰਾਹਟ ਸੀ। ਉਹ ਮੈਨੂੰ ਦੇਖ ਕੇ ਬੋਲੀ, ਮੀਨੂ ਪੁੱਤ, ਤੇਰੀ ਮੰਮੀ ਕਿੱਥੇ ਹੈ? ਮੈਂ ਉਸ ਔਰਤ ਨੂੰ ਅੰਦਰ ਲੈ ਆਈ ਤੇ ਉਸ ਨੂੰ ਸੋਫੇ ਤੇ ਬਿਠਾਇਆ ਤੇ ਮੰਮੀ ਨੂੰ ਆਵਾਜ਼ ਲਗਾਈ। ਮੰਮੀ ਵੀ ਉਸ ਦੇ ਕੋਲ ਆ ਕੇ ਬੈਠ ਗਈ। ਇੱਧਰ ਉੱਧਰ ਦੀਆਂ ਗੱਲਾਂ ਕਰਨ ਦੇ ਬਾਅਦ ਉਹ ਔਰਤ ਬੋਲੀ,
ਸਵੇਰੇ ਤੇਰੇ ਘਰ ਵਿੱਚ ਕੀ ਗੱਲ ਸੀ? ਤੇਰੀ ਨੂੰਹ ਦੇ ਚੀਕਣ ਦੀ ਬਹੁਤ ਆਵਾਜ਼ ਆ ਰਹੀ ਸੀ। ਭਲਾ ਇਹ ਕੋਈ ਗੱਲ ਹੋਈ? ਵਿਆਹ ਨੂੰ 2 ਦਿਨ ਵੀ ਨਹੀਂ ਹੋਏ ਤੇ ਤੁਸੀਂ ਇਹ ਤਮਾਸ਼ੇ ਸ਼ੁਰੂ ਕਰ ਦਿੱਤੇ। ਉਸ ਔਰਤ ਦੀ ਗੱਲ ਸੁਣ ਕੇ ਮੰਮੀ ਬੋਲੀ ਕਿ ਮੈਂ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੀ, ਇਹ ਮੇਰੇ ਪਤੀ ਦਾ ਮਾਮਲਾ ਹੈ, ਉਹ ਖੁਦ ਹੀ ਇਸ ਨੂੰ ਸੁਲਝਾ ਲੈਣਗੇ। ਮੰਮੀ ਦੀ ਗੱਲ ਸੁਣ ਕੇ ਉਹ ਔਰਤ ਬੋਲੀ, ਬੀਬੀ ਜੀ ਇਹ ਕੀ ਗੱਲ ਹੋਈ? ਤੇਰੇ ਪਤੀ ਦਾ ਮਾਮਲਾ ਕਿਵੇਂ ਹੋ ਗਿਆ? ਇਹ ਤਾਂ ਤੇਰੇ ਮੁੰਡੇ ਦਾ ਮਸਲਾ ਹੈ, ਤੈਨੂੰ ਵੀ ਇਸ ਮਾਮਲੇ ਨੂੰ ਸੁਲਝਾਉਣਾ ਚਾਹੀਦਾ ਹੈ। ਮੰਮੀ ਅੱਗੇ ਕੁਝ ਨਹੀਂ ਬੋਲੀ ਤੇ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਉਹ ਔਰਤ ਵੀ ਮੂੰਹ ਬਣਾ ਕੇ ਵਾਪਸ ਆਪਣੇ ਘਰ ਚਲੀ ਗਈ। ਮੈਂ ਮੰਮੀ ਦੇ ਪਿੱਛੇ ਪਿੱਛੇ ਗਈ। ਕਮਰੇ ਵਿੱਚ ਜਾ ਕੇ ਦੇਖਿਆ ਤਾਂ ਮੰਮੀ ਬੈਠੀ ਰੋ ਰਹੀ ਸੀ। ਮੈਂ ਮੰਮੀ ਦੇ ਕੋਲ ਗਈ ਤੇ ਉਹਨਾਂ ਨੂੰ ਚੁੱਪ ਕਰਾਉਣ ਲੱਗੀ। ਮੰਮੀ ਕੀ ਗੱਲ ਹੈ? ਆਖਰ ਇਸ ਘਰ ਵਿੱਚ ਚੱਲ ਕੀ ਰਿਹਾ ਹੈ? ਕੋਈ ਮੈਨੂੰ ਕੁਝ ਦੱਸਦਾ ਕਿਉਂ ਨਹੀਂ? ਮੇਰੀ ਗੱਲ ਸੁਣ ਕੇ ਮੰਮੀ ਬੋਲੀ, ਮੀਨੂ ਤੂੰ ਅਜੇ ਛੋਟੀ ਹੈ, ਇਸ ਮਾਮਲੇ ਵਿੱਚ ਇਸ ਤਰ੍ਹਾਂ ਨਾ ਪੈ, ਤੇਰੇ ਪਾਪਾ ਸਭ ਕੁਝ ਸੰਭਾਲ ਲੈਣਗੇ। ਇੰਨਾ ਕਹਿ ਕੇ ਮੰਮੀ ਚੱਦਰ ਲੈ ਕੇ ਲੇਟ ਗਈ। ਮੈਂ ਕੁਝ ਦੇਰ ਤੱਕ ਮੰਮੀ ਦੇ ਕੋਲ ਬੈਠੀ ਰਹੀ, ਫਿਰ ਬਾਹਰ ਆ ਗਈ ਤੇ ਬਾਹਰ ਸੋਫੇ ਤੇ ਆ ਕੇ ਬੈਠ ਗਈ। ਮੈਨੂੰ 5 ਮਿੰਟ ਹੀ ਹੋਏ ਸੀ ਕਿ ਭਾਬੀ ਆਪਣੇ ਕਮਰੇ ਤੋਂ ਬਾਹਰ ਆਈ। ਫਿਰ ਮੈਨੂੰ ਬੋਲੀ, ਮੀਨੂ ਮੈਨੂੰ ਇੱਕ ਪੇਪਰ ਤੇ ਪੈਨ ਦੇ ਦੇ। ਭਾਬੀ ਤੁਸੀਂ ਪੇਪਰ ਤੇ ਪੈਨ ਦਾ ਕੀ ਕਰੋਗੇ? ਮੇਰੇ ਪੁੱਛਣ ਤੇ ਭਾਬੀ ਮੈਨੂੰ ਗੁੱਸੇ ਨਾਲ ਘੂਰਨ ਲੱਗੀ। ਮੈਂ ਚੁੱਪਚਾਪ ਪੈਨ ਤੇ ਪੇਪਰ ਲਿਆ ਕੇ ਭਾਬੀ ਨੂੰ ਦੇ ਦਿੱਤਾ। ਕਾਗਜ਼ ਤੇ ਪੈਨ ਲੈ ਕੇ ਭਾਬੀ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਮੈਂ ਵੀ ਆਪਣੇ ਕਮਰੇ ਵਿੱਚ ਆਰਾਮ ਕਰਨ ਦੇ ਇਰਾਦੇ ਨਾਲ ਆ ਕੇ ਲੇਟ ਗਈ। ਘਰ ਵਿੱਚ ਕੀ ਚੱਲ ਰਿਹਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਸ਼ਾਮ ਨੂੰ ਭਰਾ ਦਫ਼ਤਰ ਤੋਂ ਆਇਆ ਤਾਂ ਉਸ ਦਾ ਮੂੰਹ ਉਤਰਿਆ ਹੋਇਆ ਸੀ। ਬਿਨਾਂ ਖਾਣਾ ਖਾਦੇ ਹੀ ਆਪਣੇ ਕਮਰੇ ਵਿੱਚ ਚਲਾ ਗਿਆ। ਹੁਣ ਕੁਝ ਹੀ ਦੇਰ ਹੋਈ ਸੀ ਜਿਵੇਂ ਉਦੋਂ ਅਚਾਨਕ ਘਰ ਵਿੱਚ ਤੂਫਾਨ ਜਿਹਾ ਆ ਗਿਆ। ਭਾਬੀ ਦੇ ਕਮਰੇ ਵਿੱਚ ਜ਼ੋਰ-ਜ਼ੋਰ ਨਾਲ ਚੀਕਣ ਚਿੱਲਾਉਣ ਦੀ ਆਵਾਜ਼ ਆ ਰਹੀ ਸੀ, ਪਰ ਇਸ ਵਾਰ ਇਹ ਆਵਾਜ਼ ਭਾਬੀ ਦੀ ਨਹੀਂ ਬਲਕਿ ਭਾਈ ਦੀ ਸੀ। ਮੈਂ ਭੱਜਦੀ ਹੋਈ ਭਾਈ ਦੇ ਕਮਰੇ ਵਿੱਚ ਗਈ ਤਾਂ ਦੇਖਿਆ ਭਰਾ ਬਹੁਤ ਜ਼ੋਰ-ਜ਼ੋਰ ਨਾਲ ਚੀਕ ਰਿਹਾ ਸੀ ਤੇ ਰੋ ਰਿਹਾ ਸੀ। ਮੰਮੀ ਪਾਪਾ ਵੀ ਭਰਾ ਦੇ ਕਮਰੇ ਵਿੱਚ ਆ ਚੁੱਕੇ ਸੀ। ਭਾਈ ਚੀਕਦਾ ਹੋਇਆ ਕਹਿ ਰਿਹਾ ਸੀ, ਪਾਪਾ ਸੁਮਨ ਨੂੰ ਬਚਾ ਲਓ, ਉਹ ਮਰ ਜਾਵੇਗੀ, ਕਿਰਪਾ ਕਰਕੇ ਸੁਮਨ ਨੂੰ ਬਚਾ ਲਓ। ਭਰਾ ਭਾਬੀ ਵੱਲ ਇਸ਼ਾਰਾ ਕਰਦੇ ਹੋਏ ਬੋਲੇ। ਮੈਂ ਭੱਜ ਕੇ ਭਾਬੀ ਦੇ ਕੋਲ ਗਈ। ਉਹ ਮੂੰਹ ਖੋਲ ਕੇ ਪਈ ਸੀ ਤੇ ਉਸ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਸੀ, ਜਿਸ ਨੂੰ ਦੇਖਦੇ ਹੀ ਮੇਰੇ ਮੂੰਹ ਤੋਂ ਚੀਕ ਨਿਕਲ ਗਈ। ਭਰਾ ਜ਼ੋਰ-ਜ਼ੋਰ ਨਾਲ ਚੀਕਦਾ ਹੋਇਆ ਪਾਪਾ ਨੂੰ ਕਹਿ ਰਿਹਾ ਸੀ, ਕਿਰਪਾ ਕਰਕੇ ਤੁਸੀਂ ਸੁਮਨ ਨੂੰ ਬਚਾ ਲਓ, ਅਸੀਂ ਇਸ ਨੂੰ ਹਸਪਤਾਲ ਲੈ ਕੇ ਚੱਲਦੇ ਹਾਂ। ਪਰ ਪਾਪਾ ਬੋਲੇ, ਨਹੀਂ ਮੁਕੇਸ਼, ਅਸੀਂ ਇਸ ਨੂੰ ਹਸਪਤਾਲ ਲੈ ਕੇ ਨਹੀਂ ਜਾਵਾਂਗੇ। ਇਸ ਨੇ ਆਪਣੀ ਮੌਤ ਨੂੰ ਖੁਦ ਬੁਲਾਇਆ ਹੈ, ਇਹ ਆਪਣੀ ਮੌਤ ਦੀ ਖੁਦ ਜ਼ਿੰਮੇਵਾਰ ਹੈ, ਇਸ ਨੇ ਖੁਦਕੁਸ਼ੀ ਕੀਤੀ ਹੈ, ਅਸੀਂ ਇਸ ਨੂੰ ਹਸਪਤਾਲ ਲੈ ਕੇ ਨਹੀਂ ਜਾਵਾਂਗੇ। ਇੰਨਾ ਕਹਿ ਕੇ ਪਾਪਾ ਨੇ ਅੱਗੇ ਵਧ ਕੇ ਭਾਬੀ ਦੀਆਂ ਖੁੱਲੀਆਂ ਹੋਈਆਂ ਅੱਖਾਂ ਨੂੰ ਬੰਦ ਕਰ ਦਿੱਤਾ। ਭਾਬੀ ਇਸ ਦੁਨੀਆ ਤੋਂ ਜਾ ਚੁੱਕੀ ਸੀ। ਮੈਂ ਉੱਚੀ ਉੱਚੀ ਰੋ ਰਹੀ ਸੀ। ਮੰਮੀ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਰਹੇ ਸੀ। ਭਾਬੀ ਇਸ ਦੁਨੀਆ ਵਿੱਚ ਨਹੀਂ ਸੀ। ਮੈਂ ਇਸ ਸੱਚਾਈ ਨੂੰ ਸਵੀਕਾਰ ਹੀ ਨਹੀਂ ਕਰ ਪਾ ਰਹੀ ਸੀ। ਭਰਾ ਇੱਕਦਮ ਬੇਜਾਨ ਹੋ ਕੇ ਬੈੱਡ ਤੇ ਡਿੱਗ ਗਿਆ ਸੀ। ਮੈਂ ਭਾਬੀ ਨੂੰ ਦੇਖ ਕੇ ਰੋ ਰਹੀ ਸੀ। ਭਾਬੀ ਦਾ ਉਹ ਮਾਸੂਮ ਤੇ ਡਰਿਆ ਚਿਹਰਾ ਬਾਰ-ਬਾਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਸੀ। ਭਾਬੀ ਮੈਨੂੰ ਕਿਵੇਂ ਰੋ ਰੋ ਕੇ ਕਹਿੰਦੀ ਸੀ ਕਿ ਕਿਰਪਾ ਕਰਕੇ ਮੇਰੇ ਤੋਂ ਦੂਰ ਨਾ ਜਾ, ਮੈਂ ਮਰ ਜਾਊਂਗੀ। ਤੇ ਅੱਜ ਸੱਚਮੁੱਚ ਭਾਬੀ ਮਰ ਗਈ ਸੀ। ਸਾਰੇ ਪਰੇਸ਼ਾਨ ਖੜੇ ਸੀ। ਪਾਪਾ ਦੇ ਚਿਹਰੇ ਤੇ ਡੂੰਗੀ ਖਾਮੋਸ਼ੀ ਸੀ। ਉਦੋਂ ਉਹਨਾਂ ਨੇ ਭਾਈ ਨੂੰ ਕਿਹਾ, ਮੁਕੇਸ਼ ਸੁਮਨ ਦੇ ਪਰਿਵਾਰ ਨੂੰ ਫੋਨ ਕਰ ਦੇ ਕੇ ਆ ਕੇ ਇਸ ਨੂੰ ਲੈ ਜਾਓ। ਭਰਾ ਨੇ ਸੁਮਨ ਦੇ ਪਰਿਵਾਰ ਨੂੰ ਫੋਨ ਕੀਤਾ। ਭਾਬੀ ਦੇ ਪਰਿਵਾਰ ਵਾਲੇ ਵੀ ਆ ਗਏ। ਗੁੱਸੇ ਨਾਲ ਚੀਕਦੇ ਚਿੱਲਾਉਂਦੇ ਭਰਾ ਤੇ ਇਲਜ਼ਾਮ ਲਗਾਉਣ ਲੱਗੇ ਕਿ ਸਾਡੀ ਕੁੜੀ ਨੂੰ ਤੂੰ ਮਾਰਿਆ ਹੈ, ਤੂੰ ਹੈ ਉਸ ਦਾ ਕਾਤਲ। ਕਿੱਥੇ ਸਾਡੀ ਇੰਨੀ ਸੋਹਣੀ ਸੁੰਦਰ ਜਿਹੀ ਭੈਣ ਤੇ ਕਿੱਥੇ ਤੂੰ, ਮਾਮੂਲੀ ਜਿਹੀ ਸ਼ਕਲ ਸ਼ੁਰਦਾ ਆਦਮੀ। ਗੁੱਸਾ ਸੀ ਤੂੰ ਸਾਡੀ ਕੁੜੀ ਨਾਲ, ਕਿਉਂਕਿ ਲੋਕ ਕਹਿੰਦੇ ਸੀ ਅੰਗੂਰ ਦੇ ਪੱਲੂ ਵਿੱਚ ਲੰਗੂਰ, ਤੇ ਸ਼ਾਇਦ ਇਸ ਲਈ ਤੂੰ ਸਾਡੀ ਕੁੜੀ ਨੂੰ ਜਾਨ ਤੋਂ ਮਾਰ ਦਿੱਤਾ। ਜਦੋਂ ਉਸ ਨੂੰ ਰੱਖ ਨਹੀਂ ਸਕਦਾ ਸੀ ਤਾਂ ਉਸ ਨੂੰ ਵਿਆਹ ਕੇ ਲਿਆਇਆ ਹੀ ਕਿਉਂ? ਅਸੀਂ ਆਪਣੀ ਕੁੜੀ ਦਾ ਪੋਸਟਮਾਰਟਮ ਕਰਾਵਾਂਗੇ, ਪੁਲਿਸ ਨੂੰ ਰਿਪੋਰਟ ਕਰਾਂਗੇ ਕਿ ਤੂੰ ਸਾਡੀ ਕੁੜੀ ਦਾ ਕਾਤਲ ਹੈ। ਭਾਬੀ ਦੇ ਪਰਿਵਾਰ ਵਾਲੇ ਭਰਾ ਨੂੰ ਧਮਕਾ ਕੇ ਉਹਨਾਂ ਦੇ ਇਲਜ਼ਾਮ ਲਗਾ ਚੁੱਕੇ ਸੀ। ਪਾਪਾ ਵੀ ਡੂੰਗੀ ਸੋਚ ਵਿੱਚ ਡੁੱਬੇ ਹੋਏ ਸੀ। ਪਾਪਾ ਨੇ ਸਾਰਿਆਂ ਨੂੰ ਭਾਈ ਦੇ ਕਮਰੇ ਤੋਂ ਬਾਹਰ ਕੱਢ ਦਿੱਤਾ ਤੇ ਕਿਹਾ, ਤੁਸੀਂ ਸਾਰੇ ਲੋਕ ਬਾਹਰ ਜਾ ਕੇ ਬੈਠੋ। ਸਾਡੇ ਸਾਰਿਆਂ ਦੇ ਬਾਹਰ ਜਾਣ ਤੋਂ ਬਾਅਦ ਪਾਪਾ ਨੇ ਅੰਦਰ ਤੋਂ ਕਮਰਾ ਬੰਦ ਕੀਤਾ ਤੇ ਅੰਦਰ ਹੀ ਬੈਠ ਗਏ। ਇਹ ਗੱਲ ਮੇਰੀ ਸਮਝ ਦੇ ਬਾਹਰ ਸੀ ਕਿ ਆਖਰ ਪਾਪਾ ਕਮਰੇ ਅੰਦਰ ਕਿਉਂ ਬੈਠੇ। ਭਾਬੀ ਦੇ ਪਰਿਵਾਰ ਵਾਲੇ ਭਾਬੀ ਦੇ ਸਰੀਰ ਨੂੰ ਲੈ ਕੇ ਗਏ ਸੀ।
ਪਰ ਪਾਪਾ ਅੰਦਰ ਕਮਰੇ ਵਿੱਚ ਬੰਦ ਬੈਠੇ ਸੀ। ਨਾ ਹੀ ਬਾਹਰ ਆ ਰਹੇ ਸੀ, ਨਾ ਅੰਦਰ ਕਿਸੇ ਨੂੰ ਆਉਣ ਦੇ ਰਹੇ ਸੀ। ਕੁਝ ਦੇਰ ਬਾਅਦ ਸਾਡੇ ਘਰ ਪੁਲਿਸ ਆ ਗਈ ਤੇ ਭਰਾ ਨੂੰ ਉਠਾ ਕੇ ਲੈ ਗਈ। ਬਹੁਤ ਦੇਰ ਪੁੱਛਤਾਛ ਕਰਨ ਤੋਂ ਬਾਅਦ ਪੁਲਿਸ ਨੇ ਭਰਾ ਨੂੰ ਛੱਡ ਦਿੱਤਾ। ਪੁਲਿਸ ਦੀ ਟੀਮ ਫਿਰ ਤੋਂ ਸਾਡੇ ਘਰ ਆਈ। ਪਾਪਾ ਘਰ ਦੇ ਕਿਸੇ ਵੀ ਮੈਂਬਰ ਨੂੰ ਅੰਦਰ ਨਹੀਂ ਆਉਣ ਦੇ ਰਹੇ ਸੀ, ਪਰ ਪੁਲਿਸ ਨੂੰ ਅੰਦਰ ਆਉਣ ਦਿੱਤਾ। ਪਤਾ ਨਹੀਂ ਪਾਪਾ ਨੇ ਪੁਲਿਸ ਨੂੰ ਕੀ ਕਿਹਾ। ਕਮਰੇ ਵਿੱਚ ਘੁੰਮ ਕੇ ਉਹ ਸਾਰੀਆਂ ਚੀਜ਼ਾਂ ਪੁਲਿਸ ਨੂੰ ਦਿਖਾ ਰਹੇ ਸੀ। ਪੁਲਿਸ ਸਾਰੇ ਕਮਰੇ ਦੀ ਤਲਾਸ਼ੀ ਲੈਣ ਤੋਂ ਬਾਅਦ ਜਾ ਚੁੱਕੀ ਸੀ। ਮੰਮੀ ਦੇ ਭਰਾ ਦਾ ਰੋ ਰੋ ਕੇ ਬੁਰਾ ਹਾਲ ਸੀ। ਪਾਪਾ ਵੀ ਚੁੱਪਚਾਪ ਬੈਠੇ ਸੀ। ਆਖਰ ਮੇਰੇ ਤੋਂ ਨਹੀਂ ਰਿਹਾ ਗਿਆ ਤਾਂ ਮੈਂ ਗੁੱਸੇ ਨਾਲ ਬੋਲ ਪਈ, ਤੁਸੀਂ ਲੋਕ ਮੈਨੂੰ ਕੁਝ ਦੱਸਦੇ ਕਿਉਂ ਨਹੀਂ? ਘਰ ਵਿੱਚ ਕੀ ਚੱਲ ਰਿਹਾ ਹੈ? ਮੈਨੂੰ ਕੁਝ ਵੀ ਨਹੀਂ ਪਤਾ। ਹੁਣ ਮੈਂ ਇੰਨੀ ਬੱਚੀ ਨਹੀਂ ਹਾਂ ਕਿ ਘਰ ਦੇ ਮਾਮਲਿਆਂ ਵਿੱਚ ਦਖਲ ਨਾ ਦੇਵਾਂ। ਮੇਰੀ ਵੀ ਵਿਆਹ ਦੀ ਉਮਰ ਹੈ, ਮੈਨੂੰ ਵੀ ਹੱਕ ਹੈ ਇਸ ਘਰ ਵਿੱਚ ਕੀ ਹੋ ਰਿਹਾ ਹੈ ਇਹ ਸਭ ਕੁਝ ਜਾਣਨ ਦਾ, ਤੇ ਤੁਸੀਂ ਹੋ ਕੇ ਮੈਨੂੰ ਕੁਝ ਦੱਸਦੇ ਹੀ ਨਹੀਂ। ਪਾਪਾ ਕੁਝ ਦੇਰ ਤੱਕ ਮੇਰੇ ਵੱਲ ਦੇਖਦੇ ਰਹੇ, ਫਿਰ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕੋਲ ਬਿਠਾ ਕੇ ਬੋਲੇ, ਆ ਜਾ ਮੈਨੂੰ, ਮੈਂ ਤੈਨੂੰ ਸਭ ਕੁਝ ਦੱਸਦਾ ਹਾਂ। ਤੂੰ ਜਾਣਦੀ ਹੈ ਮੁਹੱਲੇ ਵਿੱਚ ਕਿਵੇਂ ਦੀਆਂ ਗੱਲਾਂ ਹੋ ਰਹੀਆਂ ਹਨ। ਸੁਮਨ ਕਿਸੇ ਦੇ ਘਰ ਦੀ ਇੱਜ਼ਤ ਸੀ, ਪਰ ਹੁਣ ਸੁਮਨ ਇਸ ਦੁਨੀਆ ਤੋਂ ਜਾ ਚੁੱਕੀ ਹੈ। ਲੋਕ ਉਸ ਬਾਰੇ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਹਨ, ਪਰ ਸਾਨੂੰ ਉਸ ਦਾ ਇਹ ਰਾਜ ਹੀ ਰੱਖਣਾ ਹੋਵੇਗਾ। ਪਾਪਾ ਨੇ ਇਹ ਕਹਿੰਦੇ ਹੋਏ ਇੱਕ ਚਿੱਠੀ ਮੇਰੇ ਵੱਲ ਕੀਤੀ। ਚਿੱਠੀ ਹੱਥ ਵਿੱਚ ਲੈਂਦੇ ਹੀ ਮੈਂ ਤੁਰੰਤ ਪਹਿਚਾਣ ਗਈ ਕਿ ਇਹ ਉਹੀ ਕਾਗਜ਼ ਸੀ ਜੋ ਕੱਲ ਰਾਤ ਮੈਂ ਭਾਬੀ ਨੂੰ ਦਿੱਤਾ ਸੀ। ਮੈਂ ਕੰਬਦੇ ਹੋਏ ਹੱਥਾਂ ਨਾਲ ਉਹ ਚਿੱਠੀ ਲਈ ਤੇ ਉਸ ਨੂੰ ਪੜ੍ਹਨ ਲੱਗੀ, ਤੇ ਉਸ ਚਿੱਠੀ ਨੂੰ ਪੜ੍ਹਦੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲਦੀ ਜਾ ਰਹੀ ਸੀ। ਉਸ ਚਿੱਠੀ ਨੂੰ ਪੜ੍ਹਨਾ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਸੀ। ਅੱਖਾਂ ਅੱਗੇ ਹਨੇਰਾ ਛਾ ਰਿਹਾ ਸੀ। ਭਾਬੀ ਦੀ ਸੱਚਾਈ ਜਾਣ ਕੇ ਹੈਰਾਨੀ ਨਾਲ ਮੇਰੀਆਂ ਅੱਖਾਂ ਫੱਟੀਆਂ ਰਹਿ ਗਈਆਂ। ਚਿੱਠੀ ਪੜ੍ਹਨ ਤੋਂ ਬਾਅਦ ਸਮਝ ਵਿੱਚ ਆਇਆ ਕਿ ਭਾਬੀ ਉਸ ਦਿਨ ਮੈਨੂੰ ਆਪਣੇ ਨਾਲ ਰੁਕਣ ਲਈ ਕਿਉਂ ਕਹਿ ਰਹੀ ਸੀ। ਉਹ ਕਿਉਂ ਕਹਿ ਰਹੀ ਸੀ ਕਿ ਮੈਂ ਬਦਨਾਮ ਹੋ ਜਾਊਂਗੀ, ਮੈਂ ਮਰ ਜਾਊਂਗੀ, ਮੈਨੂੰ ਬਦਨਾਮੀ ਤੋਂ ਬਚਾ ਲਓ। ਅੱਜ ਭਾਬੀ ਸੱਚਮੁੱਚ ਮਰ ਗਈ ਸੀ। ਮੈਂ ਉਹ ਚਿੱਠੀ ਪਾਪਾ ਦੇ ਹੱਥਾਂ ਵਿੱਚ ਫੜਾ ਦਿੱਤੀ ਤੇ ਕੰਬਦੇ ਹੋਏ ਆਵਾਜ਼ ਵਿੱਚ ਬੋਲੀ, ਪਾਪਾ, ਉਸ ਇਨਸਾਨ ਦਾ ਨਾਂ ਤਾਂ ਤੁਸੀਂ ਦੱਸਿਆ ਹੀ ਨਹੀਂ ਜੋ ਇਸ ਸਭ ਦੇ ਪਿੱਛੇ ਜ਼ਿੰਮੇਵਾਰ ਸੀ। ਪਾਪਾ ਬਹੁਤ ਹੀ ਉਦਾਸੀ ਨਾਲ ਬੋਲੇ, ਮੀਨੂ, ਤਾਂ ਕਿ ਤੂੰ ਵੀ ਆਪਣੇ ਭਰਾ ਦੀ ਤਰ੍ਹਾਂ ਮੈਨੂੰ ਹੀ ਕਸੂਰਵਾਰ ਸਮਝ ਰਹੀ ਹੈ। ਮੈਂ ਬੋਲੀ, ਨਹੀਂ ਪਾਪਾ, ਮੈਂ ਤੁਹਾਨੂੰ ਕਸੂਰਵਾਰ ਨਹੀਂ ਠਹਿਰਾ ਰਹੀ। ਤੁਸੀਂ ਤਾਂ ਕੋਈ ਗਲਤੀ ਕਰ ਹੀ ਨਹੀਂ ਸਕਦੇ। ਮੈਨੂੰ ਆਪਣੇ ਪਾਪਾ ਤੇ ਪੂਰਾ ਭਰੋਸਾ ਹੈ, ਪਰ ਕੋਈ ਤਾਂ ਸੀ ਜੋ ਇਸ ਸਭ ਦਾ ਕਾਰਨ ਬਣਿਆ। ਪਾਪਾ ਦੇ ਚਿਹਰੇ ਤੇ ਇੱਕ ਰੰਗ ਆ ਕੇ ਚਲਾ ਗਿਆ। ਪਾਪਾ ਉਦਾਸੀ ਨਾਲ ਬੋਲੇ, ਹਾਂ ਪੁੱਤ, ਜੋ ਵੀ ਇਸ ਸਭ ਦਾ ਜ਼ਿੰਮੇਵਾਰ ਸੀ ਉਸ ਨੂੰ ਪੁਲਿਸ ਖੁਦ ਹੀ ਲੱਭ ਲਵੇਗੀ। ਇਹ ਸਾਡਾ ਕੰਮ ਨਹੀਂ ਹੈ। ਅਸੀਂ ਸ਼ਰੀਫ ਲੋਕ ਹਾਂ। ਅਸੀਂ ਇਹ ਸਭ ਗੱਲਾਂ ਕਰ ਹੀ ਰਹੇ ਸੀ ਕਿ ਉਦੋਂ ਭਰਾ ਆਇਆ ਤੇ ਅਚਾਨਕ ਨਾਲ ਪਾਪਾ ਦੇ ਪੈਰਾਂ ਵਿੱਚ ਬੈਠ ਗਿਆ ਤੇ ਰੋਂਦੇ ਹੋਏ ਬੋਲਿਆ, ਪਾਪਾ, ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਤੇ ਸ਼ੱਕ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਸੁਮਨ ਐਦਾਂ ਦੀ ਔਰਤ ਹੈ। ਜਦੋਂ ਉਸਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਤਾਂ ਮੈਨੂੰ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਹੋ ਗਿਆ। ਸੁਮਨ ਨੇ ਰੋਂਦੇ ਹੋਏ ਮੈਨੂੰ ਦੱਸਿਆ ਕਿ ਤੇਰੇ ਪਾਪਾ ਮੈਨੂੰ ਡਰਾਉਂਦੇ ਹਨ, ਧਮਕੀ ਦਿੰਦੇ ਹਨ ਤੇ ਮੇਰੇ ਨਾਲ ਨਾਜਾਇਜ਼ ਸਬੰਧ ਬਣਾਉਣਾ ਚਾਹੁੰਦੇ ਹਨ। ਸੁਮਨ ਨੇ ਮੈਨੂੰ ਆਪਣੇ ਕੋਲ ਨਹੀਂ ਆਉਣ ਦਿੱਤਾ ਸੀ ਤੇ ਨਾ ਹੀ ਮੈਨੂੰ ਪਤੀ ਦਾ ਦਰਜਾ ਦਿੱਤਾ ਸੀ। ਉਸਨੇ ਮੈਨੂੰ ਕਿਹਾ ਸੀ ਕਿ ਜੇ ਤੂੰ ਮੇਰੇ ਕੋਲ ਆਇਆ, ਮੇਰੇ ਨਾਲ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਤੇਰੇ ਪਾਪਾ ਮੈਨੂੰ ਮਾਰ ਦੇਣਗੇ, ਇਹ ਮੇਰੇ ਪਰਿਵਾਰ ਨੂੰ ਮਾਰ ਦੇਣਗੇ। ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਮੇਰੇ ਮੁੰਡੇ ਤੋਂ ਦੂਰ ਰਹਿਣਾ। ਮੈਨੂੰ ਸੁਮਨ ਦੀਆਂ ਗੱਲਾਂ ਤੇ ਨਾ ਚਾਹੁੰਦੇ ਹੋਏ ਵੀ ਵਿਸ਼ਵਾਸ ਹੋ ਗਿਆ ਸੀ ਤੇ ਇਸ ਲਈ ਉਸ ਰਾਤ ਮੈਂ ਪਰੇਸ਼ਾਨ ਜਿਹਾ ਘੁੰਮ ਰਿਹਾ ਸੀ। ਮੈਂ ਤੁਹਾਡੇ ਦਿੱਤੇ ਹੋਏ ਗਿਫਟ ਨੂੰ ਵੀ ਅੱਗ ਲਾ ਦਿੱਤੀ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਸੀ, ਪਰ ਮਰਦੇ ਹੋਏ ਸੁਮਨ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਕਿ ਤੇਰੇ ਪਾਪਾ ਬੇਗੁਨਾਹ ਹਨ। ਤੇਰੇ ਪਾਪਾ ਨੂੰ ਤਾਂ ਮੈਂ ਜਾਣਦੀ ਵੀ ਨਹੀਂ ਸੀ, ਬਲਕਿ ਮੇਰਾ ਰਿਸ਼ਤਾ ਤਾਂ ਮੇਰੇ ਇੱਕ ਦੋਸਤ ਨਾਲ ਸੀ। ਉਹ ਮੇਰੇ ਨਾਲ ਮੇਰੇ ਕਾਲਜ ਵਿੱਚ ਹੀ ਪੜ੍ਹਦਾ ਸੀ। ਸਾਨੂੰ ਦੋਵਾਂ ਨੂੰ ਆਪਸ ਵਿੱਚ ਪਿਆਰ ਹੋ ਗਿਆ ਸੀ ਤੇ ਅਸੀਂ ਦੋਵੇਂ ਪਤੀ ਪਤਨੀ ਦੀ ਤਰ੍ਹਾਂ ਰਹਿਣ ਲੱਗੇ ਸੀ। ਵਿਆਹ ਨਹੀਂ ਹੋਇਆ ਸੀ, ਪਰ ਜਲਦੀ ਹੀ ਵਿਆਹ ਕਰਵਾਉਣ ਵਾਲੇ ਸੀ। ਪਰ ਉਦੋਂ ਤੱਕ ਤੇਰਾ ਵਿਆਹ ਮੇਰੇ ਨਾਲ ਹੋ ਗਿਆ। ਸੁਮਨ ਨੇ ਦੱਸਿਆ ਉਸ ਦਾ ਬॉयਫ੍ਰੈਂਡ ਹੁਣ ਉਸ ਨੂੰ ਧਮਕਾਉਣ ਲੱਗਿਆ ਸੀ। ਉਸਨੇ ਕਿਹਾ ਕਿ ਜੇ ਹੁਣ ਤੂੰ ਆਪਣੇ ਪਤੀ ਨਾਲ ਸੰਬੰਧ ਬਣਾਏ ਤਾਂ ਮੈਂ ਤੈਨੂੰ ਜਾਨੋਂ ਮਾਰ ਦੂੰਗਾ। ਤੇਰੀਆਂ ਕੁਝ ਫੋਟੋਆਂ ਮੇਰੇ ਕੋਲ ਹਨ, ਉਹ ਭੇਜ ਦੂੰਗਾ ਤੇ ਤੈਨੂੰ ਬਦਨਾਮ ਕਰ ਦੂੰਗਾ। ਪਰ ਉਸ ਦਿਨ ਜਦੋਂ ਸੁਮਨ ਦਾ ਬॉयਫ੍ਰੈਂਡ ਦਰਵਾਜ਼ੇ ਤੇ ਉਹ ਫੋਟੋਆਂ ਸੁੱਟ ਕੇ ਗਿਆ ਸੀ ਤਾਂ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਸੁਮਨ ਝੂਠ ਬੋਲ ਰਹੀ ਹੈ। ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਸੀ ਕਿ ਮੈਂ ਆਪਣੇ ਪਾਪਾ ਤੇ ਸ਼ੱਕ ਕੀਤਾ ਤੇ ਇਸ ਲਈ
ਮੈਂ ਸੁਮਨ ਤੇ ਹੱਥ ਉਠਾਇਆ ਸੀ। ਪਾਪਾ ਤੁਸੀਂ ਬਹੁਤ ਚੰਗਾ ਕੀਤਾ ਜੋ ਪੁਲਿਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਤੇ ਸੁਮਨ ਦਾ ਲਿਖਿਆ ਹੋਇਆ ਉਹ ਖੱਤ ਵੀ ਪੁਲਿਸ ਨੂੰ ਦਿਖਾ ਦਿੱਤਾ। ਹੁਣ ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਨਹੀਂ ਸੀ ਕਿ ਸੁਮਨ ਨੇ ਸੁਸਾਈਡ ਕੀਤਾ ਹੈ ਤੇ ਸੁਮਨ ਦੇ ਸੁਸਾਈਡ ਦੀ ਵਜ੍ਹਾ ਉਸ ਦਾ ਬॉयਫ੍ਰੈਂਡ ਹੈ, ਨਹੀਂ ਤਾਂ ਉਹ ਔਰਤਾਂ ਜਾਂਦੇ ਜਾਂਦੇ ਵੀ ਸਾਨੂੰ ਬਦਨਾਮ ਕਰ ਜਾਂਦੀ। ਮੈਂ ਹੈਰਾਨੀ ਨਾਲ ਭਰਾ ਦੇ ਵੱਲ ਦੇਖ ਰਹੀ ਸੀ। ਉਦੋਂ ਅਚਾਨਕ ਮੈਂ ਪਾਪਾ ਨੂੰ ਪੁੱਛਿਆ, ਪਰ ਪਾਪਾ ਉਸ ਦਿਨ ਤੁਸੀਂ ਮੈਨੂੰ ਭਾਬੀ ਦੇ ਕਮਰੇ ਵਿੱਚੋਂ ਕੱਢ ਕੇ ਖੁਦ ਭਾਬੀ ਦੇ ਕਮਰੇ ਵਿੱਚ ਕਿਉਂ ਚਲੇ ਗਏ ਸੀ? ਪਾਪਾ ਬੋਲੇ ਕਿ ਮੈਂ ਉਸ ਦਿਨ ਸੁਮਨ ਨੂੰ ਕਿਸੇ ਨਾਲ ਫੋਨ ਤੇ ਗੱਲ ਕਰਦੇ ਹੋਏ ਸੁਣਿਆ ਸੀ ਕਿ ਉਸ ਦੀਆਂ ਸਾਰੀਆਂ ਫੋਟੋਆਂ ਉਸ ਨੂੰ ਵਾਪਸ ਕਰ ਦੇਵੇ। ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਹੈ। ਉਹ ਕਿਸੇ ਨਾਲ ਰੋ ਰੋ ਕੇ ਗੱਲਾਂ ਕਰ ਰਹੀ ਸੀ। ਮੈਂ ਤੈਨੂੰ ਕਮਰੇ ਤੋਂ ਇਸ ਲਈ ਕੱਢਿਆ ਸੀ ਤਾਂ ਕਿ ਤੂੰ ਇਸ ਮਾਮਲੇ ਤੋਂ ਦੂਰ ਰਹੇ। ਮੈਂ ਖੁਦ ਹੀ ਸੁਮਨ ਨਾਲ ਗੱਲ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਣਾ ਚਾਹੁੰਦਾ ਸੀ। ਮੈਂ ਸੁਮਨ ਨੂੰ ਪਿਆਰ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਲਟਾ ਉਹ ਮੈਨੂੰ ਗੁੱਸਾ ਕਰਨ ਲੱਗੀ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਵੀਂ ਲਈ ਦੁਲਹਨ ਦੇ ਕਮਰੇ ਵਿੱਚ ਇਸ ਤਰ੍ਹਾਂ ਆਉਂਦੇ ਹੋਏ। ਮੈਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਮੈਨੂੰ ਆਪਣੇ ਪਾਪਾ ਦੀ ਤਰ੍ਹਾਂ ਸਮਝ ਸਕਦੀ ਹੈ ਤੇ ਮੇਰੇ ਨਾਲ ਆਪਣੇ ਦਿਲ ਦੀ ਸਾਰੀ ਗੱਲ ਕਰ ਸਕਦੀ ਹੈ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਮੈਂ ਸੁਮਨ ਨੂੰ ਭਰੋਸੇ ਵਿੱਚ ਲੈਣਾ ਚਾਹੁੰਦਾ ਸੀ, ਇਸ ਲਈ ਮੈਂ ਸੁਮਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਵੇਰੇ ਉੱਠ ਕੇ ਮੈਂ ਉਸ ਦੇ ਲਈ ਨਾਸ਼ਤਾ ਵੀ ਬਣਾਇਆ ਸੀ ਕਿ ਸੁਮਨ ਨੂੰ ਮੇਰੇ ਤੇ ਭਰੋਸਾ ਹੋ ਜਾਵੇ ਕਿ ਮੈਂ ਉਸ ਨੂੰ ਆਪਣੀ ਧੀ ਤੋਂ ਵੀ ਜ਼ਿਆਦਾ ਚਾਹੁੰਦਾ ਹਾਂ। ਭਰਾ ਨੇ ਹੱਥ ਜੋੜ ਕੇ ਪਾਪਾ ਤੋਂ ਇੱਕ ਵਾਰ ਫਿਰ ਤੋਂ ਮਾਫੀ ਮੰਗੀ। ਕਿਹਾ, ਪਾਪਾ ਮੈਨੂੰ ਮਾਫ ਕਰ ਦਿਓ, ਪਰ ਜੋ ਹੋਇਆ ਚੰਗਾ ਹੀ ਹੋਇਆ। ਸੁਮਨ ਸਾਡੇ ਜੀਵਨ ਵਿੱਚ ਇੱਕ ਬੁਰੇ ਸੁਪਨੇ ਦੀ ਤਰ੍ਹਾਂ ਆਈ ਸੀ ਜੋ ਜਲਦੀ ਹੀ ਸਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਮੁਕਤ ਕਰਾ ਕੇ ਚਲੀ ਗਈ। ਮੈਂ ਹੈਰਾਨੀ ਨਾਲ ਭਰਾ ਵੱਲ ਦੇਖ ਰਹੀ ਸੀ। ਭਰਾ ਦੇ ਚਿਹਰੇ ਤੇ ਕੋਈ ਪਛਤਾਵਾ ਨਹੀਂ ਸੀ, ਨਾ ਹੀ ਕੋਈ ਦੁੱਖ। ਸੱਚ ਕਹਿੰਦੇ ਹਨ, ਜੋ ਔਰਤ ਆਪਣੇ ਪਤੀ ਨਾਲ ਵਫਾ ਨਾ ਕਰੇ ਉਸ ਔਰਤ ਦੀ ਮਰਦ ਕਦੇ ਇੱਜ਼ਤ ਨਹੀਂ ਕਰਦਾ, ਫਿਰ ਚਾਹੇ ਉਹ ਕਿੰਨੀ ਹੀ ਸੋਹਣੀ ਕਿਉਂ ਨਾ ਹੋਵੇ ਤੇ ਫਿਰ ਚਾਹੇ ਕਿੰਨੇ ਹੀ ਵੱਡੇ ਬਾਪ ਦੀ ਧੀ ਕਿਉਂ ਨਾ ਹੋਵੇ। ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਣਾ।